ਤੇ ਕੈਮਰਾਜ਼ ਔਨ ਕਰ ਲਓ ਬੇਟਾ। ਸਾਡਾ ਜਿਹੜਾ ਟੌਪਿਕ ਹੈ ਬੇਟਾ ਅੱਜ ਦਾ ਉਹ ਹੈਗਾ ਡਿਮਾਂਡ ਫॉर ਪਾਕਿਸਤਾਨ। ਇਸ ਤੋਂ ਪਹਿਲਾਂ ਬੇਟਾ ਅਸੀਂ ਜਿਹੜਾ ਆਪਣਾ ਸਾਰਾ ਵੇਰਵਾ ਡਿਸਕਸ ਕਰ ਚੁੱਕੇ ਹਾਂ 1935 ਈਸਵੀ ਤੋਂ ਬਾਅਦ ਦਾ, ਕਿ 1935 ਈਸਵੀ ਦੇ ਵਿੱਚ ਐਕਟ ਬਣਿਆ ਔਰ 1937 ਦੇ ਵਿੱਚ ਇਲੈਕਸ਼ਨਸ ਹੋਏ। ਇਲੈਕਸ਼ਨਸ ਤੋਂ ਬਾਅਦ ਮਿਨਿਸਟਰੀਜ਼ ਬਣੀਆਂ ਔਰ ਉਹ ਮਿਨਿਸਟਰੀਜ਼ ਨੇ ਜਿੱਦਾਂ ਹੀ ਸੈਕੰਡ ਵਰਲਡ ਵਾਰ ਸਟਾਰਟ ਹੋਈ ਔਰ ਇੰਡੀਆ ਨੂੰ ਉਹਦੇ 'ਚ ਇਨਕਲੂਡ ਕੀਤਾ ਗਿਆ, ਆਊਟ ਆਫ ਪ੍ਰੋਟੈਸਟ ਇੰਡੀਅਨ ਮਿਨਿਸਟਰੀਜ਼ ਨੇ ਜਿਹੜਾ ਹੈਗਾ ਉਹ ਰਿਜ਼ਾਈਨ ਕਰ ਦਿੱਤਾ। ਜਦੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤਾਂ ਜਿਹੜੀਆਂ ਪਾਰਟੀਆਂ ਖਾਸ ਤੌਰ 'ਤੇ ਇੰਡੀਅਨ ਮੁਸਲਿਮ ਲੀਗ ਜਿਹੜੀ ਕਿ ਇਲੈਕਸ਼ਨਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੀ ਸੀਗੀ, ਉਹਨੂੰ ਬਹੁਤ ਵੱਡਾ ਸੈਟਬੈਕ ਲੱਗਿਆ ਔਰ ਉਹਨੇ ਉਸ ਸੈਟਬੈਕ ਦੇ ਨਤੀਜੇ ਵਜੋਂ ਤੁਸੀਂ ਕਹਿ ਸਕਦੇ ਹੋ ਕਿ ਡਿਮਾਂਡ ਫॉर ਪਾਕਿਸਤਾਨ ਜ਼ਿਆਦਾ ਮਜ਼ਬੂਤ ਹੋ ਗਈ, ਯਾਨੀ ਮੁਸਲਮਾਨਾਂ ਲਈ ਸਪੈਸ਼ਲ ਬੈਨੀਫਿਟਸ ਦੀ ਗੱਲ ਕੀਤੀ ਜਾਣੀ ਸ਼ੁਰੂ ਹੋ ਗਈ। ਔਰ ਇਹ 1940 ਦੇ ਵਿੱਚ ਕਲੀਅਰ ਤੌਰ ਦੇ ਉੱਤੇ ਡਿਮਾਂਡ ਫॉर ਪਾਕਿਸਤਾਨ ਸਾਹਮਣੇ ਆਈ। 1940 ਇਹ ਲਿਖ ਲਓ ਬੇਟਾ, 1940। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ 1940 ਦੇ ਵਿੱਚ ਜਿਹੜੀ ਡਿਮਾਂਡ ਫॉर ਪਾਕਿਸਤਾਨ ਸਾਹਮਣੇ ਆਈ, ਕੀ ਇਹ ਉਹਨਾਂ 2-4 ਸਾਲਾਂ ਦਾ ਨਸਿੱਟਾ ਸੀ ਜਾਂ ਉਹਦਾ ਕੋਈ ਬਹੁਤ ਪੁਰਾਣਾ ਇਤਿਹਾਸਿਕ ਪਿਛੋਕੜ ਵੀ ਸੀ, ਸਮਝ ਸਕਦੇ ਹਾਂ। ਤਾਂ ਅਸੀਂ ਜਦੋਂ ਇਹਦੇ ਪਿਛੋਕੜ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਬੇਸਿਕਲੀ ਹਿੰਦੂਜ਼ ਐਂਡ ਮੁਸਲਿਮਸ ਦੇ ਵਿੱਚ ਚਾਹੇ ਇੱਕ ਲੰਬੇ ਸਮੇਂ ਤੱਕ ਸੌਹਾਰਦ ਦੀ ਭਾਵਨਾ ਵੀ ਰਹੀ ਜਾਂ ਚੰਗੇ ਸੰਬੰਧ ਵੀ ਰਹੇ, ਆਮ ਤੌਰ ਦੇ ਉੱਤੇ ਰੋਜ਼ਾਨਾ ਜ਼ਿੰਦਗੀ 'ਚ ਵੀ ਠੀਕ ਸੰਬੰਧ ਵੀ ਰਹੇ, ਲੇਕਿਨ ਉਹਦੇ ਬਾਵਜੂਦ ਵੀ ਧਾਰਮਿਕ ਮਤਭੇਦ ਜਿਹੜੇ ਸੀ ਉਹ ਲਗਾਤਾਰ ਉੱਭਰਦੇ ਰਹੇ ਔਰ ਸਮੇਂ-ਸਮੇਂ 'ਤੇ ਉਹ ਹਿੰਸਾਤਮਕ ਰੂਪ ਵੀ ਲੈਂਦੇ ਰਹੇ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ 12ਵੀਂ 13ਵੀਂ ਸਦੀ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਇਸਲਾਮਿਕ ਰੂਲ ਸਥਾਪਿਤ ਨਹੀਂ ਹੁੰਦਾ। ਮੁਹੰਮਦ ਗੋਰੀ ਤੋਂ ਬਾਅਦ ਉਹਦਾ ਜਿਹੜਾ ਹੈਗਾ ਕੰਮ ਸ਼ੁਰੂ ਹੁੰਦਾ, ਅਲਤਮਸ਼ ਤੋਂ ਲੈ ਕੇ ਦੈਨ ਅਸੀਂ ਉਹ ਸਾਰਾ ਦਿੱਲੀ ਸਲਤਨਤ ਪੜ੍ਹਦੇ ਹਾਂ, ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼ ਐਂਡ ਦੈਨ ਉਸ ਤੋਂ ਬਾਅਦ ਫਿਰ ਮੁਗਲ ਸਮਰਾਜ ਕਾਇਮ ਹੁੰਦਾ ਤੇ ਉਹਨਾਂ ਦੇ ਵਿੱਚ ਕੁਝ ਠੋਸ ਵਿਚਾਰਿਕ ਮਤਭੇਦ ਸਨ। ਐਗਜ਼ਾਮਪਲ ਦੇ ਤੌਰ ਤੇ ਅਸੀਂ 2-3 ਚੀਜ਼ਾਂ ਦਾ ਅਗਰ ਉਲੇਖ ਕਰਨਾ ਹੋਏ, ਹਿੰਦੂਜ਼ ਦੇ ਵਿੱਚ ਗਊ ਦਾ ਮਾਸ ਖਾਣਾ ਨਿਸ਼ੇਧ ਹੈ, ਪਰ ਮੁਸਲਿਮਸ ਜਿਹੜੇ ਸੀ ਉਹ ਖਾਂਦੇ ਸੀ ਤੇ ਜਿਹਦੇ ਨਾਲ ਇੱਕ ਆਪਸ 'ਚ ਕਨਫਰੰਟੇਸ਼ਨ ਜਿਹੜੀ ਮੰਨੀ ਜਾਂਦੀ ਸੀ। ਕਿਉਂਕਿ ਸਿਰਫ ਇਹ ਕਿਉਂ ਨਹੀਂ ਸੀ ਖਾਂਦੇ ਹਿੰਦੂਸ, ਕਿਉਂਕਿ ਉਹ ਧਾਰਮਿਕ ਤੌਰ ਦੇ ਉੱਤੇ ਗਾਂ ਨੂੰ ਬੜਾ ਪਵਿੱਤਰ ਮੰਨਦੇ ਸੀ। ਐਦਾਂ ਹੀ ਜਿਹੜੇ ਈਵਨ ਉਹਨਾਂ ਦੇ ਫੈਸਟੀਵਲ ਸੀਗੇ ਉਹ ਜਦੋਂ ਕਈ ਵਾਰੀ ਕਲੈਸ਼ ਕਰ ਜਾਂਦੇ ਸੀ, ਜਿਵੇਂ ਖਾਸ ਤੌਰ ਦੇ ਉੱਤੇ ਮੁਸਲਮਾਨਾਂ ਦਾ ਫੈਸਟੀਵਲ ਹੈ ਮੁਹੱਰਮ, ਜਿਹੜਾ ਕਿ ਸ਼ੋਕ ਦਾ ਫੈਸਟੀਵਲ ਹੈ, ਦੁੱਖ ਦਾ ਫੈਸਟੀਵਲ ਹੈ। ਉਹ ਮੁਹੱਰਮ ਕਈ ਵਾਰੀ ਜਿਹੜਾ ਹੈਗਾ ਉਹ ਰਾਮਲੀਲਾ ਦੇ ਦੌਰਾਨ ਆ ਜਾਂਦਾ ਸੀ ਤੇ ਜਿਹੜੇ ਰਾਮਲੀਲਾ ਦੇ ਦਿਨ ਨੇ, ਦੀਵਾਲੀ ਦੇ ਦਿਨ ਨੇ, ਉਹ ਹਿੰਦੂਸ ਦੇ ਲਈ ਜਿਹੜੇ ਨਰਾਤਿਆਂ ਦੇ ਦਿਨ ਨੇ, ਨਵਰਾਤਰੇ ਜਿਹਨੂੰ ਅਸੀਂ ਕਹਿੰਦੇ ਆ, ਉਹ ਬੜੇ ਖੁਸ਼ੀ ਦੇ ਦਿਨ ਨੇ। ਤੋਂ ਇਸ ਕਰਕੇ ਉਹ ਜਸ਼ਨ ਦੇ ਵਿੱਚ ਬੜੀ ਵੱਡੀ ਤਬਦੀਲੀ, ਵਿਰੋਧਾਭਾਸ ਨਜ਼ਰ ਆਉਂਦਾ ਸੀ। ਇੱਕ ਪਾਸੇ ਸ਼ੌਕ ਔਰ ਇੱਕ ਪਾਸੇ ਖੁਸ਼ੀ। ਐਦਾਂ ਹੀ ਜਦੋਂ ਨਮਾਜ਼ ਹੋਣੀ ਹੈ ਤੇ ਸ਼ਾਮ ਨੂੰ ਆਰਤੀ ਵੀ ਹੋਣੀ ਹੈ ਤੇ ਸ਼ਾਮ ਨੂੰ ਆਰਤੀ ਵੇਲੇ ਘੰਟੀਆਂ ਵੀ ਵੱਜਣੀਆਂ ਹੈ ਤੇ ਨਮਾਜ਼ ਨੇ ਆਪਣੇ ਢੰਗ ਨਾਲ ਅਦਾ ਕਰਨਾ, ਤੇ ਉਦੋਂ ਵੀ ਡਿਫਰੈਂਸਿਸ ਆਉਂਦੇ ਸੀ। ਔਰ ਈਵਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਆਰਤੀ ਤੇ ਨਮਾਜ਼ ਵਿਰੋਧੀ ਬਹਿਸ ਜਿਹੜੀ ਹੋਈ ਉਹਨੇ ਝਗੜਿਆਂ ਦਾ ਰੂਪ ਧਾਰਨ ਕਰ ਲਿਆ। ਤਾਂ ਉਹ ਕਿਤੇ ਨਾ ਕਿਤੇ ਚੀਜ਼ ਬੀਜ ਦੇ ਰੂਪ ਦੇ ਵਿੱਚ ਮੌਜੂਦ ਰਹਿੰਦੀ ਸੀ। ਔਰ ਇੰਨਾ ਹੀ ਨਹੀਂ, ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਈਵਨ ਉਹਨਾਂ ਦੇ ਖਾਣ ਪੀਣ, ਪਹਿਰਾਵਿਆਂ ਦੇ ਵਿੱਚ ਵੀ ਫਰਕ ਹੈ, ਜਿੱਥੋਂ ਤੁਸੀਂ ਕਲੀਅਰ ਦੇਖ ਲੈਂਦੇ ਹੋ। ਔਰ ਕਈ ਵਾਰੀ ਕੁਝ ਡਿਫਰੈਂਸਿਸ ਬਿਲਕੁਲ ਓਪੋਜ਼ਿਟ ਨੇ, ਦੇਖਣ ਨੂੰ ਵੀ ਲੱਗਦੇ, ਹੋ ਸਕਦਾ ਕਿ ਉਹ ਅੰਦਰੂਨੀ ਵੀ ਓਪੋਜ਼ਿਟ ਹੋਣ, ਲੇਕਿਨ ਦੋਨਾਂ 'ਚ ਵਿਰੋਧਾਭਾਸ ਸਾਨੂੰ ਨਜ਼ਰ ਆਉਂਦਾ। ਜਿਵੇਂ ਖਾਸ ਤੌਰ ਦੇ ਉੱਤੇ ਮੁਸਲਮਾਨ ਜਿਹੜੇ ਸੀ ਸ਼ਰਾਬ ਵਗੈਰਾ ਪੀਣ ਨੂੰ ਉਸ ਜ਼ਮਾਨੇ ਦੇ ਵਿੱਚ ਕੋਈ ਬੁਰਾ ਨਹੀਂ ਸੀ ਸਮਝਦੇ, ਬਟ ਹਿੰਦੂਸ ਦੇ ਵਿੱਚ ਜਿਹੜੀ ਪਰੰਪਰਾ ਸੀ ਉਹਨੂੰ ਕਦੇ ਵੀ ਚੰਗਾ ਨਹੀਂ ਸਮਝਿਆ ਗਿਆ। ਇਸ ਗੱਲ ਦੇ ਬਾਵਜੂਦ ਕਿ ਚਾਹੇ ਜਿੰਨੀ ਮਰਜ਼ੀ ਵੱਡੀ ਗਿਣਤੀ ਦੇ ਵਿੱਚੋਂ ਪੀਂਦੇ ਹੋਣ, ਬਟ ਉਸ ਨੂੰ ਧਾਰਮਿਕ ਔਰ ਸਮਾਜਿਕ ਮਾਨਤਾ ਪ੍ਰਾਪਤ ਨਹੀਂ ਹੈ। ਇਹ ਇੱਕ ਪ੍ਰਚਲਨ ਰਿਹਾ। ਔਰ ਦੂਸਰਾ ਡਿਫਰੈਂਸ ਇੱਕ ਹੋਰ ਕੀ ਰਿਹਾ ਕਿ ਹਿੰਦੂਆਂ ਦੇ ਵਿੱਚ ਛੂਤ ਛਾਤ ਦੀ ਪ੍ਰਣਾਲੀ ਬੜੀ ਜ਼ਬਰਦਸਤ ਸੀ ਔਰ ਉਸ ਵੇਲੇ ਕਾਸਟ ਸਿਸਟਮ ਜਿਹੜਾ ਹੈਗਾ ਉਹ ਬੜਾ ਜ਼ਿਆਦਾ ਅੱਗੇ ਤੱਕ ਵੱਧ ਚੁੱਕਾ ਸੀ, ਜਾਂ ਕਹਿ ਲਓ ਰਿਜਿਡ ਹੋ ਚੁੱਕਾ ਸੀ, ਕੱਟੜ ਹੋ ਚੁੱਕਾ ਸੀਗਾ। ਔਰ ਜਿਹੜੀ ਅਛੂਤ ਜਾਂ ਜਿਹੜੀ ਅਨਟੱਚੇਬਲ ਕਲਾਸ ਹੈਗੀ ਹੈ ਉਹਨਾਂ ਨੂੰ ਬਹੁਤ ਕੋਈ ਬਰਾਬਰੀ ਦਾ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ। ਤੇ ਜਦੋਂ ਮੁਸਲਿਮ ਰੂਲ ਸਥਾਪਿਤ ਹੋਇਆ ਔਰ ਵੱਡੀ ਸੰਖਿਆ ਵਿੱਚ ਮੁਸਲਮਾਨ ਇੱਥੇ ਰਹਿਣ ਲੱਗ ਪਏ ਤਾਂ ਉਹਨਾਂ ਨੂੰ ਵੀ ਮਲੇਚ ਕਿਹਾ ਜਾਣ ਲੱਗ ਪਿਆ।
ਕਿ ਜਿੱਦਾਂ ਅਨਟੱਚੇਬਲਸ ਦੇ ਨਾਲ ਸੰਪਰਕ ਨਹੀਂ ਰੱਖਣਾ, ਉਦਾਂ ਮੁਸਲਮਾਨਾਂ ਦੇ ਨਾਲ ਵੀ ਸੰਪਰਕ ਨਹੀਂ ਰੱਖਣਾ। तो ਨੈਚੁਰਲੀ ਹੈ ਕਿ ਉਹਦੇ ਨਾਲ ਵੀ ਇੱਕ ਦੋਨਾਂ ਦੇ ਵਿੱਚ ਖਿੱਚਾਤਾਨੀ ਜਿਹੜੀ ਹੈ ਉਹ ਲਗਾਤਾਰ ਚੱਲਦੀ ਰਹੀ। ਔਰ ਕਿਉਂਕਿ 700 ਸਾਲ ਤੱਕ ਮੁਸਲਿਮ ਰੂਲ ਜਿਹੜਾ ਹੈਗਾ ਉਹ ਚੱਲਦਾ ਰਿਹਾ, 500-550 ਸਾਲ ਤੱਕ ਡਾਇਰੈਕਟਲੀ ਚੱਲਦਾ ਰਿਹਾ, ਤਾਂ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਘਰ ਕਰ ਲਿਆ। ਫਿਰ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਪਹਿਲੂ ਹੈ ਬੇਟਾ, ਬੜਾ ਜ਼ਬਰਦਸਤ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਉਹ ਕੀ ਹੈ ਕਿ ਆਰਥਿਕ ਆਧਾਰ। ਆਰਥਿਕ ਆਧਾਰ ਕੀ ਹੈ ਉਹਨੂੰ ਤੁਸੀਂ ਬੇਟਾ ਇਹ ਸਮਝਣਾ ਹੈ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ ਦੇ ਵਿੱਚ ਸਥਾਪਿਤ ਹੁੰਦਾ ਹੈ, ਤਾਂ ਅੰਗਰੇਜ਼ਾਂ ਦੇ ਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਇੰਡੀਆ ਦੇ ਵਿੱਚ, ਖਾਸ ਤੌਰ ਤੇ ਉੱਤਰ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਰਾਜ ਹੈ। ਤਾਂ ਇਹਦੇ ਦੋ ਐਸਪੈਕਟ ਨੇ, ਇਹਨੂੰ ਅਸੀਂ ਰਾਜਨੀਤਿਕ 'ਚ ਵੀ ਪੜਾਂਗੇ, ਪਰ ਇਹਨੂੰ ਆਰਥਿਕ ਤੌਰ ਤੇ ਵੀ ਸਮਝਣਾ ਹੈ। ਜਦੋਂ ਜਾਨੀ ਇਹ ਅੰਗਰੇਜ਼ਾਂ ਨੇ ਰਾਜ ਮੁਸਲਮਾਨਾਂ ਤੋਂ ਖੋਇਆ, ਤਾਂ ਹਿੰਦੂਸ ਦੇ ਲਈ ਇੱਕ ਵੱਡਾ ਫਰਕ ਨਹੀਂ ਸੀ, ਆਮ ਜਨਤਾ, ਕਿਉਂਕਿ ਪਹਿਲਾਂ ਵੀ ਮੁਸਲਮਾਨ ਰਾਜ ਕਰ ਰਹੇ ਸੀ, ਮੁਸਲਮਾਨਾਂ ਦੀ ਥਾਂ ਤੇ ਅੰਗਰੇਜ਼ ਆ ਗਏ, ਉਹਨਾਂ ਦਾ ਆਪਣਾ ਰਾਜ ਤਾਂ ਸੀਗਾ ਹੀ ਨਹੀਂ, ਆਪਣੀ ਪਾਰਟਿਸਪੇਸ਼ਨ ਤਾਂ ਰਾਜ ਵਿੱਚ ਸੀਗੀ ਨਹੀਂ। ਉਲਟਾ ਕੀ ਹੋਇਆ ਕਿ ਜਦੋਂ ਅੰਗਰੇਜ਼ਾਂ ਨੇ 1835 ਦੇ ਮੈਕੌਲੇ ਤੋਂ ਬਾਅਦ ਇੰਗਲਿਸ਼ ਐਜੂਕੇਸ਼ਨ ਲਾਂਚ ਕੀਤੀ, ਸਰਕਾਰੀ ਨੌਕਰੀਆਂ ਦੇ ਵਿੱਚ ਇੰਗਲਿਸ਼ ਐਜੂਕੇਸ਼ਨ ਵਾਲਿਆਂ ਨੂੰ ਲੈਣਾ ਸ਼ੁਰੂ ਕੀਤਾ, ਤਾਂ ਕਿਉਂਕਿ ਰਾਜ ਮੁਸਲਮਾਨਾਂ ਤੋਂ ਖੋਇਆ ਸੀ, ਤਾਂ ਮੁਸਲਮਾਨਾਂ ਨੇ ਇੰਗਲਿਸ਼ ਐਜੂਕੇਸ਼ਨ ਦਾ ਜ਼ਿਆਦਾ ਵਿਰੋਧ ਕੀਤਾ ਵੀ ਅਸੀਂ ਇੱਧਰਲੇ ਪਾਸੇ ਬਿਲਕੁਲ ਨਹੀਂ ਜਾਣਾ। ਹਿੰਦੂਸ ਨੇ ਅਡਾਪਟ ਕੀਤਾ, ਔਰ ਅਡਾਪਟ ਕੀਤਾ ਤਾਂ ਸਰਕਾਰੀ ਨੌਕਰੀਆਂ 'ਚ ਆਏ। ਜਦੋਂ ਸਰਕਾਰੀ ਨੌਕਰੀਆਂ ਦੇ ਵਿੱਚ ਆਏ ਤਾਂ ਉਹਨਾਂ ਨੂੰ ਆਰਥਿਕ ਤੌਰ ਤੇ ਇੱਕ ਚੰਗਾ ਬੇਸ ਮਿਲ ਗਿਆ, ਯਾਨੀ ਕਹਿ ਲਓ ਜੀਵਨ ਦਾ ਪੱਧਰ ਥੋੜਾ ਉੱਚਾ ਹੋ ਗਿਆ ਔਰ ਬਿਹਤਰ ਹੋ ਗਿਆ। ਜਦਕਿ ਮੁਸਲਿਮਸ ਦੇ ਵਿੱਚ ਉਹਨਾਂ ਦਾ ਪਿਛੋਕੜ ਚਲਾ ਗਿਆ ਔਰ ਉਹ ਗਰੀਬੀ ਵੱਲ ਚਲੇ ਗਏ, ਆਰਥਿਕ ਤੌਰ ਤੇ ਕਮਜ਼ੋਰੀ ਵੱਧ ਚਲੇ ਗਈ। ਉਹਦੇ ਕਰਕੇ ਵੀ ਇੱਕ ਵੱਡਾ ਗੈਪ ਜਿਹੜਾ ਹੈਗਾ ਇਹਨਾਂ ਦੇ ਵਿੱਚ ਡਿਵੈਲਪ ਹੋ ਗਿਆ। ਜਿੱਦਾਂ ਪੰਡਿਤ ਜਵਾਹਰ ਲਾਲ ਨਹਿਰੂ ਲਿਖਦੇ ਆ ਕਿ ਪਿੰਡਾਂ ਦਾ ਸ਼ਾਹੂਕਾਰ ਬਣਿਆ ਹੁੰਦਾ ਸੀ। ਹੁਣ ਬਣਿਆ ਬੇਸਿਕਲੀ ਹਿੰਦੂ ਸੀਗਾ, ਹਾਲਾਂਕਿ ਜਿਹੜਾ ਉਹਦਾ ਤੌਰ ਤਰੀਕਾ ਸੀ ਉਹਦੇ 'ਚ ਹਿੰਦੂ ਮੁਸਲਮਾਨ ਦਾ ਫਰਕ ਨਹੀਂ ਸੀ। ਉਹ ਜਿੱਦਾਂ ਹਿੰਦੂਆਂ ਦਾ ਸ਼ੋਸ਼ਣ ਮੰਨ ਲਓ ਕਰਦਾ ਸੀ, ਕਰਜ਼ਾ ਦਿੰਦਾ ਸੀ, ਵਿਆਜ ਦਿੰਦਾ ਸੀਗਾ, ਉਦਾਂ ਹੀ ਉਹ ਮੁਸਲਮਾਨਾਂ ਤੋਂ ਲੈਂਦਾ ਸੀ। ਉਹਦੇ ਲਈ ਕਰਜ਼ਾ ਦੇਣ ਔਰ ਵਿਆਜ ਲੈਣ ਦੇ ਵਿੱਚ ਹਿੰਦੂ ਮੁਸਲਿਮ 'ਚ ਕੋਈ ਫਰਕ ਨਹੀਂ ਸੀ ਹੁੰਦਾ, ਬਟ ਪਰਸਨਲੀ ਹੀ ਵਾਸ ਮੋਰ ਏ ਹਿੰਦੂ ਡੋਮੀਨੇਟਡ। ਔਰ ਜਿੱਥੇ ਮੁਸਲਮਾਨਾਂ ਦੀ ਗਿਣਤੀ ਵੱਧ ਹੁੰਦੀ ਸੀ, ਉੱਥੇ ਇਹ ਇੱਕ ਫਿਰਕੂ ਰੂਪ ਵੀ ਧਾਰਨ ਕਰ ਲੈਂਦਾ ਸੀ, ਉੱਥੇ ਉਹ ਐਂਟੀ ਹਿੰਦੂ ਫੀਲਿੰਗ ਵੀ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਡਿਵੈਲਪ ਹੁੰਦੀ ਸੀ। ਔਰ ਇਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਅੱਜ ਓਨੀ ਤਾਂ ਨਹੀਂ, ਪਰ ਅੱਜ ਵੀ ਤੁਹਾਨੂੰ ਉਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ, ਅੱਜ ਵੀ ਮਿਲ ਜਾਂਦੀ ਹੈ। ਔਰ ਇਸੇ ਕਰਕੇ ਸਮਾਜ ਵਿੱਚ ਜਿਹੜੀ ਕੜੱਤਨ ਹੈਗੀ ਹੈ ਉਹ ਹਜੇ ਵੀ ਪੂਰਨ ਤੌਰ ਤੇ ਖਤਮ ਨਹੀਂ ਹੋ ਪਾਉਂਦੀ। ਉਹ ਕੜੱਤਨ ਦੇ ਬੀਜ ਹਜੇ ਵੀ ਮੌਜੂਦ ਨੇ, ਜਿੰਨੀ ਦੇਰ ਤੱਕ ਉਹਨਾਂ ਨੂੰ ਠੀਕ ਨਾ ਕੀਤਾ ਜਾਏ। ਔਰ ਉਹਦੇ 'ਚ ਆਰਥਿਕ ਉન્નਤੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ, ਕਿਉਂਕਿ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਤਾਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ। ਔਰ ਇਹੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਹੈ, ਰਾਜਨੀਤਿਕ ਨਾਰਾਜ਼ਗੀ ਵੀ ਸੀ। ਮੁਸਲਮਾਨਾਂ ਨੂੰ ਅੰਗਰੇਜ਼ਾਂ ਦੇ ਪ੍ਰਤੀ ਨਾਰਾਜ਼ਗੀ ਜ਼ਿਆਦਾ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਸਾਡਾ ਰਾਜ ਹੀ ਖੋ ਲਿਆ। ਔਰ ਦੇਖੋ ਹਾਲਾਤ ਕੀ ਹੋਏ, ਇਹਨਾਂ ਚੀਜ਼ਾਂ ਨੂੰ ਵੀ ਸਮਝਣਾ। ਜਦੋਂ ਹਿੰਦੁਸਤਾਨ ਰਾਜ ਮੁਸਲਮਾਨਾਂ ਨੇ ਖੋਇਆ ਰਾਜਿਆਂ ਤੋਂ, ਤਾਂ ਉਸ ਵੇਲੇ ਅਸੀਂ ਕੀ ਦੇਖਦੇ ਹਾਂ ਕਿ ਉਹ ਨਾਰਾਜ਼ਗੀ ਮੁਸਲਿਮਸ ਦੇ ਪ੍ਰਤੀ ਸ਼ੁਰੂ ਹੋਈ, ਔਰ ਉਹਦੇ ਸਿੱਟੇ ਵਜੋਂ ਉਹਨਾਂ ਨੇ ਮੁਸਲਮਾਨਾਂ ਨੂੰ ਮਲੇਸ਼ ਕਿਹਾ ਵੀ ਇਹਨਾਂ ਨਾਲ ਸੰਪਰਕ ਨਹੀਂ ਰੱਖਣਾ, ਸਾਡਾ ਰਾਜ ਖੋਹ ਲਿਆ, ਬਿਕਾਜ਼ ਦੇ ਆਰ ਡਾਇਰੈਕਟਲੀ ਅਫੈਕਟਡ ਬਾਈ ਦਿਸ। ਕਿਉਂਕਿ ਉਹਨਾਂ 'ਤੇ ਫਿਰ ਜ਼ੁਲਮ ਵੀ ਹੋਏ, ਕਿਉਂਕਿ ਜਿਹੜਾ ਹਾਰ ਜਾਂਦਾ ਹੈ ਉਹਦੇ 'ਤੇ ਜ਼ੁਲਮ ਹੁੰਦੇ ਨੇ, ਸ਼ੋਸ਼ਣ ਹੁੰਦਾ ਹੈ, ਉਹਦੇ 'ਤੇ ਅਤਿਆਚਾਰ ਵੀ ਹੁੰਦੇ ਆ। ਉਹ ਔਰ ਜਿਹੜੇ ਉਹਦੇ ਕਮਜ਼ੋਰ ਪੁਆਇੰਟ ਹੁੰਦੇ ਆ, ਕਮਜ਼ੋਰ ਕੀ ਹੁੰਦੀ ਹੈ, ਦੌਲਤ ਕਮਜ਼ੋਰ ਹੁੰਦੀ ਹੈ, ਔਰਤ ਕਮਜ਼ੋਰ ਹੁੰਦੀ ਹੈ, ਤੇ ਦੋਨਾਂ ਦੇ ਉੱਤੇ ਜ਼ੁਲਮ ਹੁੰਦਾ ਹੈ। ਔਰ ਇਸ ਕਰਕੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ। ਇਹ ਇੱਕ ਨੈਚੁਰਲ ਹੈ, ਕਿਉਂਕਿ ਜਿਹੜਾ ਕਮਜ਼ੋਰ ਪੱਖ ਹੈ ਉਹਦੇ 'ਤੇ ਜ਼ੁਲਮ ਹੁੰਦਾ ਹੈ, ਸਟਰੋਂਗ ਪੱਖ 'ਤੇ ਕਦੇ ਵੀ ਜ਼ੁਲਮ ਹੁੰਦਾ ਹੀ ਨਹੀਂ, ਕਿਉਂਕਿ ਉਹ ਫੇਸ ਕਰ ਲੈਂਦਾ, ਸਾਹਮਣਾ ਕਰ ਲੈਂਦਾ। ਔਰ ਚਲੋ ਵੱਖਰੀ ਗੱਲ। ਹੁਣ ਇੱਦਾਂ ਹੀ ਜਦੋਂ ਮੁਸਲਿਮਸ ਤੋਂ ਅੰਗਰੇਜ਼ਾਂ ਨੇ ਰਾਜ ਖੋਇਆ, ਫੋਰ ਮੁਸਲਿਮਸ ਦਾ ਇੰਗਲਿਸ਼ ਵਰ ਦਾ ਬਿਗੇਸਟ ਐਨਮੀ, ਕਿਉਂਕਿ ਉਹਨਾਂ ਤੋਂ ਰਾਜ ਹਿੰਦੂਆਂ ਨੇ ਨਹੀਂ ਸੀ ਖੋਇਆ। ਕਿਹਨੇ ਖੋਇਆ? ਅੰਗਰੇਜ਼ਾਂ ਨੇ ਖੋਇਆ। ਉਹਨਾਂ ਦੇ ਦੁਸ਼ਮਣ ਸੀ, ਉਹ ਉਹਨਾਂ ਤੋਂ ਅਲਰਜੀ ਰੱਖੇ। ਜਿੱਦਾਂ ਹਿੰਦੂਸ ਨੇ ਮੁਸਲਿਮਸ ਨੂੰ ਕਿਹਾ ਮਲੇਸ਼, ਉੱਦਾਂ ਹੀ ਮੁਸਲਮਾਨਾਂ ਨੇ ਅੰਗਰੇਜ਼ਾਂ ਤੋਂ ਦੂਰੀ ਰੱਖੀ।
पर हिंदूज़ ने क्योंकि घट रखी इस करके इंपोर्टेंट पोजीशनस भी आ गए, आर्थिक तौर पर भी होए। वो वक्री गल है कि लेटर ऑन स्टेजिस के जाके इकट्ठिया ने आज़ादी की लड़ाई भी हिस्सा लिया, लेकिन एक आपस के फर्क भी सीगा। वो मतलब कि इस गल स्वीकार नहीं कर सके कि साडा राज साडे हत्थों चला गया। और क्योंकि मुसलमानों के कोले राज तो इलावा थल्ले कोई बेस सीगा नहीं, क्योंकि वो तो राज कर रहे सी, टैक्स लैंदे सीगे, टैक्सिस वसूल करते सीगे। मेजर दे वाले रूलिंग कम्यूनिटी हिंदूस, क्योंकि हज़ारां सालों तो चाहे रूलिंग भी सीगे, लेकिन उन्होंने कोले जमीनां भी सीगियां, उन्होंने कोले खेत भी सी, उन्होंने कोले व्यापार भी सी, उन्होंने कोले दूजे काम भी सीगे। इस करके नुकसान तो उन्होंने भी होया, लेकिन उन्होंने कोले बचाव के साधन मौजूद सन। बट फॉर मुस्लिम कम्यूनिटी दिस वॉज नॉट द केस। उन्होंने कोले तो मेजर तौर पर रूलिंग पार्टी हिस्सा लेंदे सी, यानी शासक वर्ग च हिस्सा लेंदे सी, उन्होंने आर्मी के हिस्सा लेंदे सी। दे वर ए रूलिंग कम्यूनिटी। सो ਉਹਦੇ ਨਾਲ ਕੀ ਹੋਇਆ कि ਉਹ इस गल ਨੂੰ ਲੱਗਿਆ कि ਜੇ ਸਾਡਾ ਬਚਾਅ ਵੀ ਇਸ ਹੈ कि ਜੇ ਸਾਨੂੰ ਕੋਈ ਖਾਸ शासन प्रबंध ਵਿੱਚ ਸ਼ਮੂਲੀਅਤ ਦਿੱਤੀ ਜਾਏ। ਇਸ ਨੇ ਇੱਕ ਅਲੱਗ ਭਾਵਨਾ ਨੂੰ ਵਿਕਸਿਤ ਕੀਤਾ, ਔਰ ਇਸ ਅਲੱਗ ਭਾਵਨਾ ਨੂੰ ਬਾਅਦ ਦੇ ਵਿੱਚ ਅੰਗਰੇਜ਼ ਨੇ ਹੱਲਾਸ਼ੇਰੀ ਦਿੱਤੀ, ਕਿਉਂਕਿ ਉਹਨੇ ਨੀਤੀ ਅਪਣਾਈ ਡਿਵਾਈਡ ਐਂਡ ਰੂਲ, कि जिन्ना ये वखरे रहणगे इकट्ठे नहीं होणगे। और इसे ढंग दे नाल 1857 च जदों किते हिंदू ते मुसलमान इकट्ठे होए तो उन्हें बाद दे विच सोचिया कि इन्हां च एक डिवीजन पैदा की जाए, किते फिर इकट्ठे होकर किते सानूं हिंदुस्तान चों बाहर ना कर देण। और इस डिवाइड एंड रूल की पॉलिसी सिर्फ इंडियन मुस्लिम्स दे विच नहीं जां हिंदुओं और मुसलमानां च नहीं, उन्होंने वख-वख कम्यूनिटियां च भी डिवेलप करने की कोशिश की, सिखां दे विच भी की। और असीं कम्यूनल अवार्ड के राहीं देखने कि हिंदुओं दे विच भी लोअर कास्ट विच भी डिवेलप करने की कोशिश। और इसे दे विच उन्होंने असीं देखते हैं कि जिहड़े विलियम हंटर है, उन्हें एक किताब लिखी द इंडियन मुसलमान, वो 1871 दे विच बेटा पबलिश हुई। ਉਹਦੇ ਵਿੱਚ ਉਹਨੇ ਮੁਸਲਮਾਨਾਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਬਹੁਤ ਪਿਛੜ ਰਹੇ ਹੋ ਔਰ ਤੁਸੀਂ ਇੰਗਲਿਸ਼ ਐਜੂਕੇਸ਼ਨ ਦੇ ਰਾਹੀਂ ਅੱਗੇ ਆਓ। और इसे दृष्टिकोण तो सर सैयद अहमद खान ने, तुसीं आपां पढ़िया बेटा आधुनिक भारत के इतिहास च, अलीगढ़ अंदोलन चलाया, माओ कॉलेज खोलिया गया, जिहड़ा बाद च मुस्लिम अलीगढ़ यूनीवर्सिटी बनया। और उहदे च माओ जिहड़ा सीगा पहला उहदा प्रिंसीपल नियुक्त किया गया। और उन्होंने अंग्रेज़ों नाल चंगे संबंध स्थापित करके मुसलमानों लई एजुकेशन का दूजियां फैसिलिटीज़ का प्रबंध करना शुरू किया, ताकि उन्हां दे विच पिछोकड़ जिहड़ा पिछड़ियापन है वो दूर हो सके। और इहदे नाल हिंदुओं ते मुसलमानों के शुरू दे विच तो एकता डिवेलप हुई, लेकिन बाद दे विच फिर डिफरेंसिस भी जिहड़े सीगे इनक्रीज होने शुरू हो गए। और इसे गल नूं अगे वधाया मिस्टर बैंक ने। मुस्लिम जिन्होंने असीं पहला माओ कॉलेज कहने, मोहम्मद एंग्लो ओरिएंटल कॉलेज, उन्होंने बाद मुस्लिम एग्रीगढ़ यूनीवर्सिटी बनी। और माओ कॉलेज का प्रोफैसर सी मिस्टर बैंक, जिहड़ा साम्राजवादी नीति का समर्थक सी, विलियम हंटर दे नाल उहदी नीति मेल खांदी सी। और ये भी कहते हैं कि सर सैयद अहमद खान जिहड़ा शुरू च लिबरल सी, बाद च उहनूं कट्टड़ बनाउण दे विच भी मिस्टर बैंक की बहुत वड्डी भूमिका है। यानी एक कट्टड़वादी की तरफ ले जाने दे विच उसने योगदान दिता और अपनी इस नीति दे विचों बहुत वड्डे पद्धर तक सफल भी होया। डॉक्टर ताराचंद ने जिन्हें इतिहास लिखा, वो कहता है कि उन्होंने मुस्लिम राजनीति को एक नवा रूप दे दिता। हिंदुओं ते वो कांग्रेस के विरोधी हो गए, क्योंकि वो कांग्रेस नूं हिंदुओं की संस्था समझन लग पे। और इसे साजिश के दौरान जदों लॉर्ड कर्जन आंदा है, उन्हें बंगाल की वंड की और हिंदू और मुस्लिम पापूलेशन के बेस से, हालांकि वो वापस हुई, लेकिन वो दौरान 1906 के विच बेटा असीं की देखते हैं इंडियन मुस्लिम लीग की स्थापना, जिहड़ी प्योरली धर्म के उत्ते बेस सी, मुसलमानों की पार्टी बनाई। इंडियन पार्टी नहीं सी, दैट पार्टी वॉज इंडियन मुस्लिम लीग। तो इत्थों की संप्रदायिकता शुरू हो गई। और उस संप्रदायिकता नूं हवा दी 1909 ईस्वी के कानून ने। जदों लॉर्ड मिंटो आया तो लॉर्ड मिंटो ने मुसलमानों लई अलग प्रतिनिधित्व की व्यवस्था की, संप्रदायिक चोण प्रणाली लागू की। उन्हां चोणां इलाकिਆਂ चों सिर्फ मुसलमान ही इलैक्शन लड़ सकते सी, और उतों तक नहीं, ईवन मुसलमान ही वोट पा सकते सन। दैट वॉज ए वेरी ग्रेट डेंजर टू द इंडियन यूनिटी। तो इस करके कई इतिहासकार भी कहते हैं कि 1909 ईस्वी के कानून ने हिंदुस्तान दे विच
पाकिस्तान दी बीज दिते सन। दिस इज द केस। और उस तो बाद ये चीज़ बेटा अगे ਵਧਦੀ चली गई, जिस ਨੂੰ ਅਸੀਂ ਵੱਖ-ਵੱਖ रूप ਦੇ ਵਿੱਚ ਦੇਖਿਆ। असहयोग अंदोलन और खिलाफत अंदोलन ਦੇ ਵਿੱਚ ਵੀ ਦੇਖਿਆ, ਬਾਅਦ ਚ ਨਹਿਰੂ ਰਿਪੋर्ट और ਅਸੀਂ ਮੁਹੰਮਦ ਅਲੀ ਜਿਨ੍ਹਾਂ ਦੇ 14 ਪੁਆਇੰਟਸ ਦੇ ਵਿੱਚ ਵੀ ਦੇਖਿਆ। और ਇਹਦੇ ਨਾਲ ਜਿੱਦਾਂ ਇੰਡੀਅਨ ਮੁਸਲਿਮ ਲੀਗ ਦੀਆਂ ਗਤੀਵਿਧੀਆਂ ਵੱਖਰੀਆਂ ਸੰਪਰਦਾਇਕ ਬੇਸ ਤੇ ਅੱਗੇ ਵਧੀਆਂ, ਉਹਦੇ ਪੈਰਲਲ ਹਿੰਦੂਸ ਦੇ ਵਿੱਚ ਵੀ ਜਿਹੜੇ ਕੁਝ ਅਗਰੈਸਿਵ ਹਿੰਦੂ ਸੀਗੇ ਉਹਨਾਂ ਦੀ ਵਿਚਾਰਧਾਰਾ ਨੇ ਵੀ ਜ਼ੋਰ ਫੜਨਾ ਸਟਾਰਟ ਕਰ ਦਿੱਤਾ। ਜਿਹੜੇ ਹਿੰਦੂ ਜਾਤੀ, ਹਿੰਦੂ ਸੱਭਿਅਤਾ, ਹਿੰਦੂ ਸੰਸਕ੍ਰਿਤੀ ਉਹਦੀ ਗੱਲ ਕਰਨ ਲੱਗ ਪਏ, ਜਿਹਦੇ 'ਚ ਬੇਟਾ ਪ੍ਰਮੁੱਖ ਨਾਮ ਅਸੀਂ ਲਵਾਂਗੇ ਹਿੰਦੂ ਮਹਾਸਭਾ। ਔਰ ਉਹਦੇ ਨਾਲ ਕਾਫੀ ਹੱਦ ਤੱਕ, ਪੂਰੀ ਤਾਂ ਨਹੀਂ ਕਿਹਾ ਜਾ ਸਕਦਾ, ਆਰਿਆ ਸਮਾਜ ਜਿਹਨੇ ਬੈਕ ਟੂ ਵੇਦਾਸ ਦਾ ਨਾਰਾ ਦਿੱਤਾ, ਪੁਰਾਣੀ ਹਿੰਦੂ ਕਲਚਰ ਦੇ ਉੱਤੇ ਚੱਲਣ ਦਾ ਨਾਰਾ ਦਿੱਤਾ। ਔਰ ਉਹਦੇ ਨਾਲ ਇਹ ਚੀਜ਼ਾਂ ਵੱਖਵਾਦੀ ਜਿਹੜਾ ਸਿਧਾਂਤ ਸੀਗਾ ਉਹ ਅੱਗੇ ਵਧਿਆ। ਇਹਨੂੰ ਅਸੀਂ ਹੁਣ ਥੋੜਾ ਜਿਹਾ ਹੋਰ ਦੇਖਣਾ ਹੈ ਕਿ ਜਿਹੜੀ ਇੰਡੀਅਨ ਮੁਸਲਿਮ ਲੀਗ ਬਣੀ, ਜਿਹਦੇ 'ਚ ਅਸੀਂ ਬੇਟਾ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਉਹਨਾਂ ਨੂੰ 1909 'ਚ ਅਧਿਕਾਰ ਦਿੱਤੇ ਗਏ। ਉਹ ਅਧਿਕਾਰ ਉਹ ਪਹਿਲਾਂ ਮੰਗਦੇ ਨੇ। ਉਹ ਮੰਗਦੇ ਕੀ ਨੇ ਕਿ ਲੈਜਿਸਲੇਟਿਵ ਕੌਂਸਲਾਂ ਵਿੱਚ ਮੁਸਲਮਾਨਾਂ ਦੀਆਂ ਸੀਟਾਂ ਰਾਖਵੀਆਂ ਕੀਤੀਆਂ ਜਾਣ, ਵੱਖਰੀ ਸੰਪਰਦਾਇਕ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਜਾਏ, ਸਰਕਾਰੀ ਨੌਕਰੀਆਂ ਰਾਖਵੀਆਂ ਕੀਤੀਆਂ ਜਾਣ। ਔਰ ਉਹਨਾਂ ਦੇ ਇਹੀ ਉਦੇਸ਼ ਸੀਗੇ कि भारतीय मुसलमानों में अंग्रेजी शासन, देखो कितनी वड्डी गल है, इहनूं समझण दी लोड़। उन्होंने संविधान च लिखिया इंडियन मुस्लिम लीग ने कि भारतीय मुसलमानों में अंग्रेजी शासन के प्रति वफादारी ते राज भगती दीआं भावनावां विच वाधा करना। वो अंग्रेज के खिलाफ लड़न की गल नहीं करते, उहदे प्रति वफादारी की गल करते। दूजा, ਭਾਰਤੀ ਮੁਸਲਮਾਨਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਧਿਕਾਰਾਂ ਦੀ ਰੱਖਿਆ ਕਰਨਾ। ਔਰ ਇਹਨਾਂ ਦੋਨਾਂ ਉਦੇਸ਼ਾਂ ਦੀ ਪੂਰਤੀ ਲਈ ਮੁਸਲਮਾਨਾਂ ਤੇ ਭਾਰਤ ਦੀਆਂ ਦੂਜੀਆਂ ਜਾਤੀਆਂ ਵਿੱਚ ਮਿੱਤਰਤਾ ਦੀ ਭਾਵਨਾ ਨੂੰ ਵਧਾਉਣਾ। ਵੀ ਜੇ ਸਾਡੀ ਸਪੋਰਟ ਕਰੋਗੇ ਤਾਂ ਠੀਕ ਹੈ, ਅਦਰਵਾਈਜ਼ ਜੇ ਤੁਸੀਂ ਇਹ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਨਹੀਂ। ਇਹ ਨਹੀਂ ਕਿਹਾ ਕਿ ਭਾਵਨਾਵਾਂ ਏਕਤਾ ਵਧਾਉਣੀ ਹੈ, ਜਨਰਲ ਨੋ, ਇਹਨਾਂ ਦੋ ਉਦੇਸ਼ਾਂ ਦੀ ਪੂਰਤੀ ਲਈ, यानी साढ़े वखरेपन की होंद नूं मंजूरी जे दिओगे तो ठीक है। और ये बेटा मैं ज़्यादा बैकग्राउंड च नहीं जाना, वो जड़ियाँ 2-3 चीज़ां असीं बेटा पढ़ चुके हैं। 1909 का कानून, 1916 का लखनऊ पैक्ट, खिलाफत अंदोलन, और 1921 जदों खिलाफत अंदोलन टुट गया तो उहदे नाल जिहड़ी हिंदू मुस्लिम एकता का नारा लग्या सी उसनूं सट वजी। और उस तो बाद 1929 दे विच जदों साइमन कमीशन आया, ईवन इंडियन मुस्लिम लीग की यूनिटी टुट गई, क्योंकि इंडियन मुस्लिम लीग दे विच मुहम्मद अली जिन्ना उहदा बायकॉट करना चाहता सी, पर जिहड़ा दूजा गुट सीगा इंडियन मुस्लिम लीग का मुहम्मद शफी, वो इहदे सहयोग करन दे पक्ष दे विच सी। और इसे करके मुहम्मद शफी का सम्मेलन लाहौर च होया और जिहड़ा जिन्हां दा गुट सी उहदा सम्मेलन कलकत्ता च होया। पर जदों नेहरू ने रिपोर्ट दी तो उस तो बाद मुहम्मद अली जिन्हां ने भी 14 पॉइंट्स का एक कार्यक्रम सामने रखा। और उस तो बाद जिहड़ा इन्हां दा सम्मेलन इकट्ठा होया और उस इकट्ठे दे विच इन्हां ने मुसलमानां दे लई अलग अलग अधिकारां दी मंग कीती। वो जिहड़े 14 पॉइंट्स ने वो असीं पढ़े हुए ने बार-बार, उहनूं तुसीं दुबारा भी पढ़ सकदे हो, SH उसनूं याद किया जा सकदा है, उहदे च समझण दी लोड़ नहीं। उहदे च वख-वख मुसलमानां दे लई नौकरियां दी, लैजिसलेटिव कौंसलां च उहनां दीआं सीटां दे लई, उहनां दीआं ताकतां दे लई, सरकारी सेवावां दे विच भर्ती जिहड़ी लोक सेवा कमीशन द्वारा दी सिफारिशां ते कीतियां जाण, सिंध ते बंबई नूं वखरा करके सुतंत्र प्रांत बनाया जाए, सीमावर्ती बलोचिस्तान दे सुधार लागू किए जान। ये सारियां चीज़ां नूं जिहड़ा हैगा वो उन्हां ने लागू करन दी गल उहदे विच की। और उस तो बाद बेटा असीं फिर की देखदे हां कि 1935 का कानून होया पास, 1937 च इलैक्शन होए, लेकिन 1937 के इलैक्शन च इंडियन मुस्लिम लीग बुरी तरह हार गई। उत्थों बौखलाहट शुरू हो गई क्योंकि लोगों ने रिजेक्ट करता और मुसलमानों दी ही दूजियां पार्टियां नूं जित प्राप्त हो गई। तो जानी इंडियन मुस्लिम लीग जो ये क्लेम करती सी कि असी मुसलमानों नूं रिप्रजेंट करते हैं, वो क्लेम टुट गया। पर उन्होंने खुशकिस्मती की सी कि 29 दिसंबर 1939 नूं जदों इन्हां सरकारां ने इस्तीफे दिते तां जिन्हां ने इहनूं मुक्ति दिवस मनाया, उन्होंने मौका मिल गया दोबारा तो अपने पाकिस्तान के प्रस्ताव नूं पास कराण। और यह प्रस्ताव पाकिस्तान का 23 मार्च 1940 नूं पास किया गया। लिख लो डेट, 23 मार्च 1940 च पास किया।
ਔਰ ਇਹਦੇ ਪੈਰਲਲ ਅਸੀਂ ਜਦੋਂ ਦੇਖਾਂਗੇ ਕਿ ਇਸ ਡਿਮਾਂਡ ਨੂੰ ਉਹਦੇ 'ਚ ਜਿਹੜੀ ਮੈਂ ਪਹਿਲਾਂ ਦੱਸਿਆ ਵੀ ਹਿੰਦੂ ਮਹਾਸਭਾ ਔਰ ਆਰਿਆ ਸਮਾਜ, ਇਹਨਾਂ ਦਾ ਵੀ ਇੱਕ ਵੱਡਾ ਰੋਲ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਔਰ ਜਿਹੜੀ ਸਰਕਾਰ ਸੀ ਉਹ ਲਗਾਤਾਰ ਇਸ ਵੱਖਵਾਦੀ ਵਿਚਾਰਧਾਰਾ ਨੂੰ ਸਮਰਥਨ ਦਿੰਦੀ ਸੀ, ਕਿਉਂਕਿ ਉਸ ਨੂੰ ਡਿਵਾਈਡ ਐਂਡ ਰੂਲ ਸੂਟ ਕਰਦਾ ਸੀ। ਔਰ ਸਮੇਂ-ਸਮੇਂ ਤੇ ਜਿਹੜੇ ਇਸ ਡਿਵਾਈਡ ਐਂਡ ਰੂਲ ਦੇ ਮੱਦੇ ਨਜ਼ਰ ਦੰਗੇ ਵੀ ਹੁੰਦੇ ਰਹੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਜਿਵੇਂ ਵਿੱਚ 1916 ਤੋਂ ਲੈ ਕੇ 1922 ਦੇ ਵਿੱਚ ਤਾਂ ਥੋੜੀ ਯੂਨਿਟੀ ਰਹੀ, ਲੇਕਿਨ 1924 ਦੇ ਵਿੱਚ ਦੰਗੇ ਹੋਏ। ਮਾਲਾਵਾਰ ਦੇ ਵਿੱਚ ਇੱਕ ਦੰਗੇ ਹੋਏ ਜਿਹੜੇ ਬਹੁਤ ਫੇਮਸ ਨੇ, ਮੋਪਲਾਵ ਥਾਂ ਦੇ ਉੱਤੇ, ਜਿਹਦੇ 'ਚ ਕਈ ਸੌ ਹਿੰਦੂਆਂ ਦਾ ਕਤਲ ਕਰ ਦਿੱਤਾ ਗਿਆ, ਘਰ-ਬਾਰ ਲੁੱਟ ਗਏ, ਔਰਤਾਂ ਨੂੰ ਬੇਇੱਜ਼ਤ ਕੀਤਾ ਗਿਆ, ਮੰਦਰਾਂ ਨੂੰ ਤੋੜ ਦਿੱਤਾ ਗਿਆ ਔਰ ਕਈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ। ਇਹ ਮਾਲਾਵਾਰ ਦਾ ਬਹੁਤ ਜਿਵੇਂ ਕਹਿ ਲਓ ਕਿ ਬਹੁਤ ਅਫਸੋਸਜਨਕ ਦੰਗੇ ਜਿਹੜੇ ਨੇ ਉਹ ਦੇਖੇ ਜਾਂਦੇ ਨੇ। ਔਰ ਉਸ ਤੋਂ ਬਾਅਦ ਸਰਕਾਰ ਨੇ ਇਸ ਨੂੰ ਜੋ ਹਵਾ ਦਿੱਤੀ ਉਹ ਵੱਖਰੀਆਂ ਗੱਲਾਂ ਨੇ, ਪਰ ਉਹਦੇ ਨਾਲ ਕਈ ਥਾਵਾਂ ਤੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਦੰਗੇ ਭੜ ਗਏ। ਔਰ ਇਸ ਤੋਂ ਬਾਅਦ ਅਸੀਂ ਕੀ ਦੇਖਦੇ ਹਾਂ, 1924 ਦੇ ਨਾ ਦੰਗਿਆਂ ਤੋਂ ਬਾਅਦ ਔਰ ਹੌਲੀ ਹੌਲੀ ਡਿਮਾਂਡ ਜਿਹੜੀ ਹੈ ਬੇਟਾ ਅੱਗੇ ਵੱਧਦੀ ਚਲੀ ਗਈ ਔਰ 1940 ਦੇ ਵਿੱਚ ਡਿਮਾਂਡ ਫॉर ਪਾਕਿਸਤਾਨ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਗਈ।